ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗਾ ਕੈਨੇਡਾ ਅਮਰੀਕਾ ਬਾਰਡਰ, ਹੁਣ 21 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ। ਭਾਰਤੀ ਨੇ ਅਮਰੀਕੀਆਂ ਦੇ ਨਾਲ ਕੀਤਾ ਧੋਖਾ, ਹੁਣ 3 ਸਾਲ ਦੀ ਹੋਈ ਜੇਲ੍ਹ। ਕੈਨੇਡਾ ਦੇ ਵਿੱਚ ਪੰਜਾਬੀ ਦੇ ਲਈ ਚਲਾਇਆ ਗਿਆ ਫੰਡ $12,000 ਇਕੱਠਾ ਕਰਨ ਦਾ ਹੈ ਟੀਚਾ। ਬ੍ਰੈਂਪਟਨ ਵਾਸੀਆਂ ਦੇ ਲਈ ਐਲਾਨ, 2 ਨਵੇਂ ਲੌਂਗ ਟਰਮ ਕੇਅਰ ਸੈਂਟਰਾਂ ਦਾ ਹੋਇਆ ਐਲਾਨ। ਕੈਨੇਡਾ ਨੇ ਕੱਢਿਆ ਐਕਸਪ੍ਰੈਸ ਐਂਟਰੀ ਡਰਾਅ, 5,000 ਨੂੰ ਸੱਦੇ ਕੀਤੇ ਜਾਰੀ। ਅਮਰੀਕਾ ਭੇਜੇਗਾ ਕੈਨੇਡਾ ਨੂੰ ਟੀਕੇ, ਮਿਲਣਗੀਆਂ 1.5 ਮਿਲੀਅਨ ਐਸਟ੍ਰਾਜੈਨੇਕਾ ਡੋਜ਼। ਕੈਨੇਡਾ ਯੂਐਸ ਬਾਰਡਰ ਫਿਲਹਾਲ ਨਹੀਂ ਖੁੱਲੇਗਾ, ਅਪ੍ਰੈਲ 21 ਤੱਕ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੈਨੇਡਾ ਯੂਐਸ ਬਾਰਡਰ ਖੁੱਲੇਗਾ, ਪਰ ਅਜੇ ਸਹੀ ਸਮਾਂ ਨਹੀਂ ਹੈ। ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਹਰ ਮਹੀਨੇ ਮੀਟਿੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸ ਬਾਰਡਰ ਦੇ ਉੱਪਰ ਫੈਸਲਾ ਲਿਆ ਜਾਂਦਾ ਹੈ। ਕੈਨੇਡਾ ਯੂਐਸ ਬਾਰਡਰ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਹਾਲੇ ਵੀ ਇਹ ਬਾਰਡਰ ਨਹੀਂ ਖੋਲ੍ਹਿਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਅਗਲੇ 1 ਹੋਰ ਮਹੀਨੇ ਦੇ ਲਈ ਬਾਰਡਰ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਯੂਐਸ ਹੋਮਲੈਂਡ ਸਿਕਿਉਰਿਟੀ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਦੇ ਉੱਪਰ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਹੁਣ ਕੈਨੇਡਾ ਯੂਐਸ ਬਾਰਡਰ 21 ਅਪ੍ਰੈਲ ਤੱਕ ਬੰਦ ਰਹੇਗਾ, ਜਿਸ ਦਾ ਮਤਲਬ ਹੈ ਕਿ ਕੈਨੇਡਾ ਯੂਐਸ ਬਾਰਡਰ ਅਪ੍ਰੈਲ 21 ਤੱਕ ਸਾਰੇ ਨਾਨ ਐਸੈਂਸ਼ੀਅਲ ਟਰੈਵਲ ਦੇ ਵਾਸਤੇ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੈਨੇਡਾ ਵੱਲੋਂ ਅਜੇ ਬਾਰਡਰ ਨੂੰ ਜਲਦ ਨਹੀਂ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਾਰਡਰ ਖੁੱਲੇਗਾ, ਪਰ ਅਜੇ ਸਹੀ ਸਮਾਂ ਨਹੀਂ ਹੈ। ਦੱਸ ਦਈਏ ਕਿ ਹਰ ਮਹੀਨੇ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ, ਜਾਣੀ ਕਿ ਅਮਰੀਕਾ ਅਤੇ ਕੈਨੇਡਾ ਦੇ ਪਾਸਿਓਂ ਅਧਿਕਾਰੀਆਂ ਵੱਲੋਂ ਆਪਸ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਦੇ ਉੱਪਰ ਚਰਚਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਹੈ ਕਿ ਇਸ ਬਾਰਡਰ ਨੂੰ ਅੱਗੇ ਬੰਦ ਰੱਖਣਾ ਹੈ ਜਾਂ ਫਿਰ ਖੋਲ੍ਹਣ ਦੇ ਹੁਕਮ ਜਾਰੀ ਕਰਨੇ ਹਨ। ਡੋਨਾਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ ਕਈ ਵਾਰ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਇਹ ਬਾਰਡਰ ਖੋਲ੍ਹਿਆ ਜਾਵੇ, ਪਰ ਕੈਨੇਡਾ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦਾ। ਇਸ ਦੇ ਕਰਕੇ ਉਹਨਾਂ ਵੱਲੋਂ ਇਹੀ ਗੱਲ ਦੇ ਉੱਪਰ ਜ਼ੋਰ ਦਿੱਤਾ ਗਿਆ ਕਿ ਇਹ ਬਾਰਡਰ ਬੰਦ ਰੱਖਿਆ ਜਾਵੇਗਾ। ਇਸ ਬਾਰਡਰ ਨੂੰ ਖੋਲ੍ਹਣ ਦਾ ਮੁੱਦਾ ਇੱਕ ਵਾਰ ਫਿਰ ਤੋਂ ਚੁੱਕਿਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਜੋ ਬਾਈਡਨ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ ਸੀ। ਅਮਰੀਕਾ ਵਾਲੇ ਪਾਸਿਓਂ ਇੱਕ ਵਾਰ ਫਿਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਬਾਰਡਰ ਨੂੰ ਖੋਲ੍ਹਿਆ ਜਾਵੇ, ਕਿਉਂਕਿ ਬੰਦ ਰੱਖਣ ਦੇ ਨਾਲ ਕਾਰੋਬਾਰ ਦੇ ਉੱਪਰ ਵੀ ਅਸਰ ਪੈ ਰਿਹਾ ਹੈ। ਪਰ ਇਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਇਹੀ ਗੱਲ ਕਹਿੰਦੇ ਆਏ ਨੇ ਕਿ ਇਸ ਬਾਰਡਰ ਨੂੰ ਅਜੇ ਨਹੀਂ ਖੋਲ੍ਹਿਆ ਜਾਵੇਗਾ। ਇੱਕ ਪਾਰਟੀ ਵੱਲੋਂ ਅਮਰੀਕਨਜ਼ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਆਨਲਾਈਨ ਤਰੀਕੇ ਦੇ ਨਾਲ ਕਾਲ ਕਰਕੇ ਇਹ ਫਰਾਡ ਕੀਤਾ ਜਾਂਦਾ ਸੀ, ਜਿਸ ਦੇ ਵਿੱਚ ਅਮਰੀਕਾ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦੇ ਚੱਲਦਿਆਂ ਜੋ ਜਾਂਚ ਕੀਤੀ ਗਈ, ਉਸ ਤੋਂ ਬਾਅਦ ਹੁਣ ਇਸ ਵਿਅਕਤੀ ਨੂੰ, ਜਿਸ ਦਾ ਨਾਮ ਸਾਹਿਲ ਨਾਰੰਗ ਦੱਸਿਆ ਗਿਆ, 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਤੋਂ ਕਾਲ ਸੈਂਟਰ ਧੋਖਾਧੜੀ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ। ਭਾਰਤੀ ਨੌਜਵਾਨ ਵੱਲੋਂ ਅਮਰੀਕਾ ਦੇ ਵਿੱਚ ਰਹਿੰਦੇ ਬਜ਼ੁਰਗਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਹੁਣ ਉਸ ਨੂੰ 3 ਸਾਲ ਦੀ ਕੈਦ ਸੁਣਾਈ ਗਈ। ਜੀ ਹਾਂ, ਭਾਰਤ ਦੇ ਇੱਕ ਨਾਗਰਿਕ ਨੂੰ ਕਾਲ ਸੈਂਟਰ ਧੋਖਾਧੜੀ ਦੇ ਕੇਸ ਦੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਅਟਾਰਨੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਹ ਵਿਅਕਤੀ ਗੁੜਗਾਉਂ ਦਾ ਰਹਿਣ ਵਾਲਾ ਹੈ। ਇਸ ਦੀ ਉਮਰ 29 ਸਾਲ ਦੱਸੀ ਗਈ ਅਤੇ ਇਸ ਦਾ ਨਾਮ ਸਾਹਿਲ ਨਾਰੰਗ ਹੈ। ਸਾਹਿਲ ਨਾਰੰਗ ਨੂੰ 2019 ਦੇ ਵਿੱਚ ਅਮਰੀਕਾ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ। ਨਾਰੰਗ ਨੂੰ ਅਦਾਲਤ ਦੇ ਡਾਕੂਮੈਂਟਸ ਦੇ ਵਿੱਚ ਅਮਰੀਕੀ ਨਾਗਰਿਕਾਂ, ਖਾਸ ਕਰਕੇ ਬਜ਼ੁਰਗ ਨਾਗਰਿਕਾਂ ਨੂੰ ਧੋਖਾ ਦੇਣ ਦੇ ਲਈ ਆਨਲਾਈਨ ਟੈਲੀਮਾਰਕੀਟਿੰਗ ਸਕੀਮਾਂ ਚਲਾਉਣ ਦੇ ਮੁੱਖ ਦੋਸ਼ ਵਜੋਂ ਦਰਸਾਇਆ ਗਿਆ। ਇਸ ਮਾਮਲੇ ਦੇ ਵਿੱਚ ਜੋ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਦੇ ਮੁਤਾਬਕ ਅਗਸਤ 30, 2019 ਤੋਂ ਲੈ ਕੇ ਮਈ 1, 2019 ਦੇ ਦੌਰਾਨ ਨਾਰੰਗ ਅਤੇ ਉਸ ਦੇ ਨਾਲ ਕੰਮ ਕਰਨ ਵਾਲਿਆਂ ਵੱਲੋਂ ਕਈ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਉਹਨਾਂ ਵੱਲੋਂ ਫਰਾਡ ਸਕੀਮ ਦੇ ਤਹਿਤ 1.5 ਮਿਲੀਅਨ ਤੋਂ ਲੈ ਕੇ $3 ਮਿਲੀਅਨ ਤੱਕ ਦੀ ਕੀਮਤ ਦਾ ਧੋਖਾ ਕੀਤਾ ਗਿਆ। FBI ਵੱਲੋਂ ਇਸ ਮਾਮਲੇ ਦੇ ਵਿੱਚ ਜੋ ਜਾਂਚ ਕੀਤੀ ਗਈ, ਉਸ ਤੋਂ ਇਹ ਸਾਹਮਣੇ ਆਇਆ ਕਿ 9 ਮਹੀਨਿਆਂ ਦੇ ਸਮੇਂ ਦੌਰਾਨ ਨਾਰੰਗ ਵੱਲੋਂ ਰੋਜ਼ਾਨਾ 30 ਕਾਲਸ ਕੀਤੀਆਂ ਜਾਂਦੀਆਂ ਸਨ। FBI ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ 9 ਵਿਕਟਿਮਸ ਹਨ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਟੈਕ ਫਰਾਡ ਸਕੀਮ ਦੇ ਤਹਿਤ ਕੁੱਲ $1,10,900 ਦਾ ਧੋਖਾ ਕੀਤਾ ਗਿਆ।
ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਤੋਂ ਬਾਅਦ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਇੱਕ ਫੰਡ ਰੇਜ਼ਰ ਚਲਾਇਆ ਗਿਆ ਵਰਿੰਦਰ ਸਿੰਘ ਦੇ ਵਾਸਤੇ। ਟੀਚਾ ਰੱਖਿਆ ਗਿਆ ਹੈ ਕਿ $12,000 ਇਕੱਠੇ ਕੀਤੇ ਜਾਣ ਉਸ ਦੀ ਫਿਊਨਰਲ ਦੇ ਵਾਸਤੇ। ਹੁਣ ਤੱਕ $8,000 ਤੋਂ ਵੱਧ ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ। ਟੋਰਾਂਟੋ ਦੇ ਵਿੱਚ ਪੰਜਾਬੀ ਨੌਜਵਾਨ ਵਰਿੰਦਰ ਸਿੰਘ ਦੇ ਵਾਸਤੇ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਵਰਿੰਦਰ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਉਸ ਦੀ ਫਿਊਨਰਲ ਦੇ ਵਾਸਤੇ ਇਹ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਫੰਡ ਦੇ ਰਾਹੀਂ ਜੋ ਵੀ ਪੈਸਾ ਇਕੱਠਾ ਹੋਵੇਗਾ ਉਹ ਸਾਰਾ ਪਰਿਵਾਰ ਨੂੰ ਜਾਵੇਗਾ। ਪਰਿਵਾਰ ਦੀ ਮਦਦ ਦੇ ਵਾਸਤੇ ਵਰਿੰਦਰ ਦੇ ਦੋਸਤ ਪਰਮਦੀਪ ਸਿੰਘ ਦੇ ਅਕਾਊਂਟ ਦੇ ਵਿੱਚ ਇਹ ਸਾਰੇ ਪੈਸੇ ਟ੍ਰਾਂਸਫਰ ਕੀਤੇ ਜਾਣਗੇ। ਦੱਸੀਏ ਕਿ ਟੋਰਾਂਟੋ ਦੇ ਇਸ ਵਰਿੰਦਰ ਸਿੰਘ ਸੰਧੂ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਉਸ ਦੇ ਰਿਸ਼ਤੇਦਾਰ ਸਦਮੇ ਦੇ ਵਿੱਚ ਹਨ। ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਵਰਿੰਦਰ ਇੱਕ ਕਾਫੀ ਜ਼ਿਆਦਾ ਨੇਕ ਦਿਲ ਇਨਸਾਨ ਸੀ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਦੇ ਵਾਸਤੇ ਕੁਝ ਵੀ ਕਰ ਸਕਦਾ ਸੀ। ਉਸ ਵੱਲੋਂ ਬਦਲੇ ਦੇ ਵਿੱਚ ਕਦੇ ਵੀ ਕੁਝ ਨਹੀਂ ਮੰਗਿਆ ਗਿਆ ਤੇ ਅਚਾਨਕ ਜੋ ਉਸ ਦੀ ਮੌਤ ਹੋ ਗਈ, ਇਸ ਦੇ ਨਾਲ ਪਰਿਵਾਰ ਅਤੇ ਦੋਸਤਾਂ ਨੂੰ ਉਸ ਸਦਮੇ ਦੇ ਵਿੱਚ ਛੱਡ ਗਿਆ। ਇਹ ਫੰਡ ਰੇਜ਼ਰ ਅਨੁਜ ਗੁਲਾਟੀ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜੋ ਕਿ ਵਰਿੰਦਰ ਸਿੰਘ ਸੰਧੂ ਦੇ ਫਿਊਨਰਲ ਦੇ ਵਾਸਤੇ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਜੋ ਵੀ ਇਸ ਦੇ ਨਾਲ ਸੰਬੰਧਿਤ ਅਪਡੇਟ ਹੋਏਗੀ ਉਸ ਨੂੰ तमाम ਲੋਕਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਇਸ ਫੰਡ ਦੇ ਤਹਿਤ $12,000 ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ $8,357 ਇਕੱਠੇ ਕੀਤੇ ਜਾ ਚੁੱਕੇ ਹਨ। ਇਹ ਡੋਨੇਸ਼ਨ 156 ਲੋਕਾਂ ਵੱਲੋਂ ਦਿੱਤਾ ਜਾ ਚੁੱਕਿਆ ਹੈ। ਬ੍ਰੈਂਪਟਨ ਵਾਸੀਆਂ ਦੇ ਲਈ ਇੱਕ ਐਲਾਨ ਕੀਤਾ ਗਿਆ ਹੈ ਕਿ ਇੱਥੇ ਹੁਣ 2 ਨਵੇਂ ਲੌਂਗ ਟਰਮ ਕੇਅਰ ਸੈਂਟਰ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਬ੍ਰੈਂਪਟਨ ਵਾਸੀ ਲਗਾਤਾਰ ਇੱਕ ਹਸਪਤਾਲ ਦੀ ਮੰਗ ਵੀ ਕਰ ਰਹੇ ਨੇ। ਉਹਨਾਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਅਜਿਹਾ ਐਲਾਨ ਵੀ ਕੀਤਾ ਜਾਵੇ, ਕਿਉਂਕਿ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਭਰਾ ਅਤੇ ਵਿਧਾਇਕ ਗੁਰਰਤਨ ਸਿੰਘ ਵੀ ਸਮੇਂ-ਸਮੇਂ ਦੇ ਉੱਪਰ ਇਸ ਮੁੱਦੇ ਨੂੰ ਚੱਕਦੇ ਰਹੇ ਹਨ। ਬ੍ਰੈਂਪਟਨ ਵਾਸੀਆਂ ਦੇ ਲਈ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ 2 ਨਵੇਂ ਲੌਂਗ ਟਰਮ ਕੇਅਰ ਹੋਮ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ontario ਸਰਕਾਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ। ਇਸ ਦੀ ਜਾਣਕਾਰੀ ਐਸੋਸੀਏਟ ਮਿਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਅਤੇ ਐਮਪੀਪੀ ਪ੍ਰਭਮੀਤ ਸਰਕਾਰੀਆ, ਇਸ ਦੇ ਨਾਲ ਹੀ ਐਮਪੀਪੀ ਅਮਰਜੋਤ ਸੰਧੂ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਬ੍ਰੈਂਪਟਨ ਦੇ ਵਿੱਚ ਇੱਕ ਗੁਰੂ ਨਾਨਕ ਲੌਂਗ ਟਰਮ ਕੇਅਰ ਸੈਂਟਰ ਖੋਲ੍ਹਿਆ ਜਾਵੇਗਾ, ਜਿਸ ਦੇ ਵਿੱਚ 160 ਨਵੇਂ ਬੈੱਡ ਹੋਣਗੇ ਅਤੇ ਦੂਸਰਾ ਇੰਡਸ ਕਮਿਊਨਿਟੀ ਸਰਵਿਸਿਜ਼, ਜਿਸ ਦੇ ਵਿੱਚ 192 ਬੈੱਡਾਂ ਦੀ ਸਮਰੱਥਾ ਹੋਵੇਗੀ। ਦੱਸੀਏ ਕਿ ਇੱਥੇ ਬ੍ਰੈਂਪਟਨ ਦੇ ਵਿੱਚ ਲਗਾਤਾਰ ਇੱਕ ਨਵੇਂ ਹਸਪਤਾਲ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵਿਧਾਇਕ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੀ ਸਮੇਂ-ਸਮੇਂ ਦੇ ਉੱਪਰ ਇਹ ਮੁੱਦਾ ਚੁੱਕਦੇ ਰਹੇ ਨੇ। ਕੋਰੋਨਾ ਵਾਇਰਸ ਦੇ ਚੱਲਦਿਆਂ ਵੀ ਇਹ ਮਾਮਲਾ ਸਾਹਮਣੇ ਆਇਆ, ਜਦੋਂ ਲੋਕ ਮੰਗ ਕਰ ਰਹੇ ਨੇ ਕਿ ਇੱਥੇ ਜਿਹੜੀਆਂ ਹੈਲਥ ਫੈਸਿਲਿਟੀ ਨੇ ਉਹ ਲੋਕਾਂ ਨੂੰ ਨਹੀਂ ਮਿਲ ਪਾਉਂਦੀਆਂ, ਜਿਸ ਦੇ ਕਰਕੇ ਇੱਥੇ ਇੱਕ ਹੋਰ ਹਸਪਤਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਬ੍ਰੈਂਪਟਨ ਦੇ ਵਿੱਚ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਇੱਕ ਨਵਾਂ ਹਸਪਤਾਲ ਖੋਲ੍ਹਿਆ ਜਾਵੇ। ਫਰਵਰੀ 13 ਨੂੰ ਜੋ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ ਸੀ, ਜੋ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਸੀ, ਉਸ ਤੋਂ ਬਾਅਦ ਲਗਾਤਾਰ ਉਮੀਦ ਕੀਤੀ ਜਾ ਰਹੀ ਸੀ ਕਿ ਅਜਿਹਾ ਹੀ ਇੱਕ ਵੱਡਾ ਡਰਾਅ ਫਿਰ ਤੋਂ ਐਲਾਨਿਆ ਜਾ ਸਕਦਾ ਹੈ। ਡਰਾਅ ਐਕਸਪ੍ਰੈਸ ਐਂਟਰੀ ਦਾ ਐਲਾਨ ਕੀਤਾ ਗਿਆ, ਪਰ ਇਸ ਦੇ ਤਹਿਤ 5,000 ਸੱਦੇ ਹੀ ਜਾਰੀ ਕੀਤੇ ਗਏ ਹਨ। ਕੈਨੇਡਾ ਵੱਲੋਂ 13 ਫਰਵਰੀ ਨੂੰ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਇੱਕੋ ਵਾਰ ਦੇ ਵਿੱਚ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਤੋਂ ਬਾਅਦ तमाम ਕੈਨੇਡੀਅਨਸ ਅਜਿਹੇ ਹੀ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਇੰਤਜ਼ਾਰ ਕਰ ਰਹੇ ਸਨ। ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਮਾਰਚ 18 ਨੂੰ ਕੀਤਾ ਗਿਆ ਅਤੇ ਇਸ ਦੇ ਤਹਿਤ 5,000 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪੀਆਰ ਦੇ ਵਾਸਤੇ ਅਪਲਾਈ ਕਰਨ ਲਈ ਸੱਦੇ ਜਾਰੀ ਕੀਤੇ ਗਏ। ਦੱਸੀਏ ਕਿ ਇਨਵਾਈਟਡ ਕੈਂਡੀਡੇਟਸ, ਜਾਣੀ ਕਿ ਜਿਹੜੇ ਉਮੀਦਵਾਰਾਂ ਨੂੰ ਸੱਦੇ ਜਾਰੀ ਹੋਏ ਹਨ, ਉਹਨਾਂ ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅਧੀਨ ਐਲੀਜੀਬਲ ਹੋਣਾ ਜ਼ਰੂਰੀ ਸੀ। ਇਸ ਨਵੇਂ ਡਰਾਅ ਦੇ ਤਹਿਤ ਉਮੀਦਵਾਰਾਂ ਦੇ ਕੋਲ 449 ਸਕੋਰ ਹੋਣੇ ਜ਼ਰੂਰੀ ਸਨ। ਇਸ ਦੇ ਨਾਲ ਹੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਫੁੱਲ ਟਾਈਮ ਸਕਿਲਡ ਵਰਕ ਐਕਸਪੀਰੀਅੰਸ ਦੀ ਵੀ ਜ਼ਰੂਰਤ ਸੀ, ਜੋ ਕਿ 1 ਸਾਲ ਦਾ ਹੋਣਾ ਲਾਜ਼ਮੀ ਸੀ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਡਰਾਅ ਦੇ ਅਧੀਨ ਕੈਨੇਡਾ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਐਪਲੀਕੈਂਟ ਸਨ, ਉਹਨਾਂ ਨੂੰ ਪਹਿਲ ਦਿੱਤੀ ਗਈ, ਕਿਉਂਕਿ ਇਸ ਸਮੇਂ ਕੈਨੇਡਾ ਦੇ ਵਿੱਚ ਟਰੈਵਲ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਸਨ। ਕਿਉਂਕਿ ਕੈਨੇਡਾ ਦੇ ਵਿੱਚ ਅਜੇ ਵੀ ਜੋ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਉਹ ਜਾਰੀ ਹਨ। ਇਸ ਦੇ ਕਰਕੇ ਕੈਨੇਡਾ ਦੀ ਸਰਕਾਰ ਵੱਲੋਂ ਉਹਨਾਂ तमाम ਕੈਂਡੀਡੇਟਸ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਹੜੇ ਪਹਿਲਾਂ ਹੀ ਕੈਨੇਡਾ ਦੇ ਵਿੱਚ ਮੌਜੂਦ ਹਨ, ਕਿਉਂਕਿ ਕੈਨੇਡਾ ਸਰਕਾਰ ਆਪਣੇ ਇਮੀਗ੍ਰੇਸ਼ਨ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੀ ਹੈ।
2021 ਦੇ ਵਿੱਚ ਹੁਣ ਤੱਕ 43,840 ਦੇ ਕਰੀਬ ITA ਜਾਰੀ ਕਰ ਦਿੱਤੇ ਗਏ ਹਨ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਸਮੇਂ IRCC ਵੱਲੋਂ 19,368 ਇਨਵੀਟੇਸ਼ਨ ਹੀ ਜਾਰੀ ਕੀਤੇ ਗਏ ਸਨ। ਕੈਨੇਡਾ ਵੱਲੋਂ ਜੋ ਆਪਣਾ ਟੀਚਾ ਮਿੱਥਿਆ ਗਿਆ ਉਸ ਦੇ ਅਨੁਸਾਰ 4,01,000 ਨਵੇਂ ਇਮੀਗ੍ਰੈਂਟਸ ਕੈਨੇਡਾ ਦੇ ਅੰਦਰ ਸਵਾਗਤ ਕੀਤੇ ਜਾਣੇ ਹਨ ਅਤੇ ਇਹਨਾਂ ਵਿੱਚੋਂ 1,08,500 ਦੇ ਕਰੀਬ ਐਕਸਪ੍ਰੈਸ ਐਂਟਰੀ ਮੈਨੇਜਡ ਪ੍ਰੋਗਰਾਮ ਦੇ ਤਹਿਤ ਸਵਾਗਤ ਕੀਤੇ ਜਾਣਗੇ। ਅਮਰੀਕਾ ਕੈਨੇਡਾ ਨੂੰ ਵੈਕਸੀਨ ਭੇਜੇਗਾ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਅਨੁਸਾਰ ਅਮਰੀਕਾ ਵੱਲੋਂ ਮੈਕਸੀਕੋ ਅਤੇ ਕੈਨੇਡਾ ਨੂੰ ਕੋਵਿਡ-19 ਵੈਕਸੀਨ ਡੋਜ਼ਸ ਜਾਣੀ ਕਿ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਡੋਜ਼ਸ ਭੇਜੀਆਂ ਜਾਣਗੀਆਂ। ਕੈਨੇਡਾ ਨੂੰ ਇਸ ਦੀਆਂ 1.5 ਮਿਲੀਅਨ ਸ਼ਾਟਸ ਜਾਣੀ ਕਿ ਐਸਟ੍ਰਾਜੈਨੇਕਾ ਟੀਕੇ ਭੇਜੇ ਜਾਣਗੇ। ਅਮਰੀਕਾ ਵੱਲੋਂ ਕੈਨੇਡਾ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀਆਂ 1.5 ਮਿਲੀਅਨ ਡੋਜ਼ਸ ਭੇਜੀਆਂ ਜਾਣਗੀਆਂ। ਜੀ ਹਾਂ, ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਜੁੜੀ ਅਪਡੇਟ ਸਾਹਮਣੇ ਆਈ ਹੈ ਕਿ ਅਮਰੀਕਾ ਵੱਲੋਂ ਮੈਕਸੀਕੋ ਅਤੇ ਕੈਨੇਡਾ ਨੂੰ 4 ਮਿਲੀਅਨ ਦੇ ਕਰੀਬ ਡੋਜ਼ਸ ਜਾਣੀ ਕਿ ਸ਼ਾਟਸ ਭੇਜੇ ਜਾਣਗੇ। ਮੈਕਸੀਕੋ ਨੂੰ 2.5 ਮਿਲੀਅਨ ਸ਼ਾਟਸ ਅਤੇ ਕੈਨੇਡਾ ਨੂੰ 1.5 ਮਿਲੀਅਨ ਸ਼ਾਟਸ ਇਸ ਵੈਕਸੀਨ ਦੀਆਂ ਮਿਲਣਗੀਆਂ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ। ਆਫੀਸ਼ੀਅਲਸ ਦਾ ਕਹਿਣਾ ਹੈ ਕਿ ਵਾਇਰਸ ਦਾ ਕੋਈ ਵੀ ਦਾਇਰਾ ਨਹੀਂ ਹੈ। ਜੇਕਰ ਅਸੀਂ ਗਲੋਬਲ ਪਾਰਟਨਰਸ ਦੀ ਮਦਦ ਕਰਾਂਗੇ ਤਾਂ ਹੀ ਇਸ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਵਿੱਚ 1 ਸਾਲ ਹੋ ਗਿਆ ਹੈ ਯਾਤਰਾ ਪਾਬੰਦੀਆਂ ਦੇ ਉੱਪਰ। ਮਾਰਚ ਮਹੀਨੇ ਤੋਂ ਜਾਣੀ ਕਿ ਪਿਛਲੇ ਸਾਲ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ, ਜਿਸ ਦਾ ਇਮੀਗ੍ਰੇਸ਼ਨ ਦੇ ਉੱਪਰ ਇੱਕ ਵੱਡਾ ਅਸਰ ਦੇਖਣ ਨੂੰ ਮਿਲਿਆ। ਜੋ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜਿਹੜੇ ਵੀਜ਼ਾ ਬੰਦ ਕੀਤੇ ਗਏ ਨੇ, ਖਾਸ ਕਰ ਟੂਰਿਸਟ ਵੀਜ਼ਾ, ਉਹ ਕਦੋਂ ਖੁੱਲਣਗੇ, ਇਸ ਦੇ ਬਾਰੇ ਵਿੱਚ ਅਜੇ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਕਿ ਕਦੋਂ ਇਹਨਾਂ ਨੂੰ ਖੋਲ੍ਹਿਆ ਜਾਵੇਗਾ। ਕੈਨੇਡਾ ਦੇ ਵਿੱਚ ਯਾਤਰਾ ਪਾਬੰਦੀਆਂ ਨੂੰ ਲਗਾਇਆ 1 ਸਾਲ ਹੋ ਗਿਆ। ਅਜੇ ਵੀ ਇਮੀਗ੍ਰੇਸ਼ਨ ਦੇ ਉੱਪਰ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। 1 ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ, ਇੱਕ ਪਾਸੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ 2020 ਦੇ ਵਿੱਚ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਕੀਤਾ ਜਾਵੇਗਾ, ਜਾਣੀ ਕਿ ਇਸ ਦੇ ਉੱਪਰ ਜ਼ੋਰ ਦਿੱਤਾ ਜਾਵੇਗਾ। ਅਤੇ ਉਧਰ ਦੂਸਰੇ ਪਾਸੇ ਮਾਰਚ 18 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਕੋਵਿਡ-19 ਵਾਇਰਸ ਦੇ ਚੱਲਦਿਆਂ ਕੈਨੇਡਾ ਵੱਲੋਂ ਆਪਣੇ ਬਾਰਡਰਸ ਨੂੰ ਬੰਦ ਕੀਤਾ ਜਾ ਰਿਹਾ ਹੈ। ਪਹਿਲਾਂ ਇਹਨਾਂ ਬਾਰਡਰਸ ਨੂੰ 30 ਜੂਨ 2020 ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਤੱਕ ਕਈ ਪਾਬੰਦੀਆਂ ਵਿੱਚ ਰਾਹਤ ਜਾਣੀ ਕਿ ਢਿੱਲ ਦਿੱਤੀ ਜਾ ਚੁੱਕੀ ਹੈ। ਕੈਨੇਡਾ ਆਉਣ ਵਾਲਿਆਂ ਦੇ ਅੰਦਰ ਜੋ ਗਿਰਾਵਟ ਦੇਖਣ ਨੂੰ ਮਿਲੀ, ਉਸ ਦੇ ਮੁਤਾਬਕ ਬਾਰਡਰ ਕ੍ਰਾਸਿੰਗ ਦੇ ਵਿੱਚ 28% ਅਤੇ 에ਅਰ ਟਰੈਵਲ ਦੇ ਵਿੱਚ 96% ਘਾਟਾ ਹੋਇਆ ਹੈ। ਇਸ ਦੇ ਬਾਵਜੂਦ ਵੀ ਕੈਨੇਡਾ ਵੱਲੋਂ ਅਜੇ ਵੀ ਕੋਈ ਬਾਰਡਰ ਖੋਲ੍ਹਣ ਦੇ ਉੱਪਰ ਵਿਚਾਰ ਨਹੀਂ ਕੀਤਾ ਜਾ ਰਿਹਾ। 2020 ਦੇ ਵਿੱਚ ਇਮੀਗ੍ਰੇਸ਼ਨ ਦੇ ਉੱਪਰ ਕੋਰੋਨਾ ਵਾਇਰਸ ਦਾ ਕਾਫੀ ਵੱਡਾ ਅਸਰ ਦੇਖਣ ਨੂੰ ਮਿਲਿਆ। ਇਸ ਸਾਲ ਕੈਨੇਡਾ ਦੇ ਵਿੱਚ ਸਿਰਫ 1,84,000 ਦੇ ਕਰੀਬ ਨਵੇਂ PR ਆਏ। 1998 ਤੋਂ ਬਾਅਦ ਦਾ ਇਹ ਸਭ ਤੋਂ ਘੱਟ ਅੰਕੜਾ ਸੀ। ਸ਼ੁਰੂਆਤ ਦੇ ਵਿੱਚ ਕੈਨੇਡੀਅਨਸ, ਅਸੈਂਸ਼ੀਅਲ ਵਰਕਰ ਅਤੇ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਹੀ ਟਰੈਵਲ ਰੈਸਟ੍ਰਿਕਸ਼ਨਸ ਤੋਂ ਬਾਹਰ ਰੱਖਿਆ ਗਿਆ। IRCC ਵੱਲੋਂ ਸਾਰੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼, ਟੈਸਟ, ਰੀਟੈਸਟ, ਇਨ-ਪਰਸਨ PR ਲੈਂਡਿੰਗ ਅਪਾਇੰਟਮੈਂਟ ਰੱਦ ਕਰ ਦਿੱਤੀਆਂ ਗਈਆਂ। ਪੂਰੇ ਵਿਸ਼ਵ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ। ਨਾਲ ਹੀ ਲੈਂਗੁਏਜ ਟੈਸਟ ਨੂੰ ਵੀ ਕੈਂਸਲ ਕਰ ਦਿੱਤਾ ਗਿਆ। ਸਾਰੇ ਆਉਣ ਵਾਲਿਆਂ ਨੂੰ ਕਿਹਾ ਗਿਆ, ਜਾਣੀ ਕਿ ਜਿਹੜੇ ਕੈਨੇਡਾ ਦਾਖਲ ਹੋਣ ਵਾਲੇ ਸਨ, ਕਿ ਉਹਨਾਂ ਨੂੰ 14 ਦਿਨਾਂ ਦੇ ਲਈ ਲਾਜ਼ਮੀ ਤੌਰ ਦੇ ਉੱਪਰ ਕੁਆਰੰਟੀਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸਮੇਂ ਦੇ ਉੱਪਰ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਕੁਝ ਲੋਕਾਂ ਦਾ ਕੈਨੇਡਾ ਆਉਣਾ ਪਰਮਿਟ ਕਰ ਦਿੱਤਾ ਗਿਆ। ਜਿਹੜੇ ਵਿਦਿਆਰਥੀਆਂ ਨੂੰ ਮਾਰਚ 18 ਤੋਂ ਪਹਿਲਾਂ ਸਟੱਡੀ ਪਰਮਿਟ ਮਿਲੀਆਂ, ਉਹਨਾਂ ਨੂੰ ਕੈਨੇਡਾ ਵੱਲੋਂ ਕਿਹਾ ਗਿਆ ਕਿ ਉਹ ਆਨਲਾਈਨ ਪੜ੍ਹਾਈ ਜਾਰੀ ਰੱਖਣ, ਜਾਣੀ ਕਿ ਕੈਨੇਡਾ ਆਉਣ ਤੋਂ ਉਹਨਾਂ ਨੂੰ ਰੋਕ ਦਿੱਤਾ ਗਿਆ। ਦਸੰਬਰ 31, 2021 ਨੂੰ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ ਜਿਹੜੇ ਵਿਦਿਆਰਥੀ ਇਸ ਸਮੇਂ ਆਪਣੀ ਆਨਲਾਈਨ ਪੜ੍ਹਾਈ ਪੂਰੀ ਕਰ ਰਹੇ ਹਨ, ਉਹ ਵੀ PGWP ਦੇ ਲਈ ਐਲੀਜੀਬਲ ਹੋਣਗੇ। ਜਨਵਰੀ ਦੇ ਵਿੱਚ ਕੈਨੇਡਾ ਵੱਲੋਂ ਨਵੀਆਂ ਕੁਆਰੰਟੀਨ ਰਿਕੁਆਇਰਮੈਂਟ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ, ਜਿਸ ਦੇ ਅਨੁਸਾਰ ਕੈਨੇਡਾ ਆਉਣ ਵਾਲੇ ਹਰ ਯਾਤਰੀ ਦਾ 에ਅਰਪੋਰਟ ਦੇ ਉੱਪਰ ਕੋਰੋਨਾ ਟੈਸਟ ਕੀਤਾ ਜਾਂਦਾ ਹੈ ਤੇ ਉਸ ਨੂੰ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਪੈਂਦਾ ਹੈ। ਇਸ ਸਭ ਦੇ ਦੌਰਾਨ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਐਪਲੀਕੇਸ਼ਨ ਲੈਣੀਆਂ ਜਾਰੀ ਰੱਖੀਆਂ ਗਈਆਂ। IRCC ਵੱਲੋਂ ਇਹ ਜਾਣਕਾਰੀ ਦਿੱਤੀ ਗਈ, ਜਿਹੜੇ ਅਪਰੂਵਡ PR ਹਨ, ਉਹ ਜਦੋਂ ਟਰੈਵਲ ਰੈਸਟ੍ਰਿਕਸ਼ਨ ਜਾਣੀ ਕਿ ਪਾਬੰਦੀਆਂ ਹਟਣਗੀਆਂ, ਉਦੋਂ ਆਪਣੀ ਲੈਂਡਿੰਗ ਪੂਰੀ ਕਰ ਸਕਣਗੇ, ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਦੁਬਾਰਾ ਤੋਂ ਅਪਲਾਈ ਨਹੀਂ ਕਰਨਾ ਪਵੇਗਾ। 2020 ਦੇ ਵਿੱਚ ਜੋ ਇਮੀਗ੍ਰੇਸ਼ਨ ਦੇ ਉੱਪਰ ਅਸਰ ਪਿਆ, ਇਸ ਦੇ ਕਰਕੇ ਕੈਨੇਡਾ ਦੀ ਪੋਪੂਲੇਸ਼ਨ ਗ੍ਰੋਥ ਵੀ ਕਾਫੀ ਘਟ ਗਈ।
ਇਸ ਸਭ ਨੂੰ ਦੇਖਦਿਆਂ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ 2023 ਤੱਕ ਹਰ ਸਾਲ ਕੈਨੇਡਾ ਵੱਲੋਂ 4 ਲੱਖ ਤੋਂ ਵੱਧ ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਸ ਦੇ ਚੱਲਦਿਆਂ ਕੈਨੇਡਾ ਵੱਲੋਂ ਫਰਵਰੀ 13 ਨੂੰ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਪੈਂਡੈਮਿਕ ਦੇ ਦੌਰਾਨ ਵੀ ਫੈਡਰਲ ਸਰਕਾਰ ਦਾ ਮੁੱਖ ਟੀਚਾ ਇਮੀਗ੍ਰੇਸ਼ਨ ਹੀ ਰਿਹਾ। ਕੈਨੇਡਾ ਦੇ ਵਿੱਚ ਕੋਵਿਡ-19 ਵੈਕਸੀਨ ਤੁਹਾਨੂੰ ਕਦੋਂ ਲੱਗੇਗੀ, ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਟੀਚਾ ਰੱਖਿਆ ਗਿਆ ਹੈ ਕਿ ਗਰਮੀਆਂ ਤੱਕ ਹਰ ਇੱਕ ਕੈਨੇਡੀਅਨ ਨੂੰ ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਦੇ ਦਿੱਤਾ ਜਾਵੇ। ਨਾਲ ਦੀ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਕੈਨੇਡਾ ਕੋਲ ਇਸ ਸਮੇਂ ਇੰਨੀ ਵੈਕਸੀਨ ਹੈ ਕਿ ਹਰ ਕਿਸੇ ਨੂੰ ਪਹਿਲਾ ਸ਼ਾਟ ਲਗਾਇਆ ਜਾ ਸਕਦਾ ਹੈ। ਪਰ ਇਸ ਦੇ ਵਾਸਤੇ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਸਾਰੇ ਪ੍ਰੋਵਿੰਸ ਅਤੇ ਟੈਰੀਟਰੀਜ਼ ਜੋ ਕਰੋਨਾ ਦੇ ਡੋਜ਼ ਨੇ ਉਸ ਦੇ ਵਿੱਚ 4 ਮਹੀਨੇ ਦਾ ਸਮਾਂ ਪਾਉਂਦੇ ਨੇ ਤਾਂ ਹੀ ਇਹ ਹੋ ਸਕਦਾ ਹੈ। ਜੇਕਰ ਕੈਨੇਡਾ ਦੇ ਅੰਦਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਸਾਰੇ ਕੈਨੇਡੀਅਨਸ ਨੂੰ ਕੋਵਿਡ-19 ਦਾ ਪਹਿਲਾ ਡੋਜ਼ ਗਰਮੀਆਂ ਤੱਕ ਦੇ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕੋਲ ਇੰਨੀ ਕਰੋਨਾ ਵੈਕਸੀਨ ਹੈ ਕਿ ਹਰ ਇੱਕ ਅਡਲਟ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਦੇ ਦਿੱਤਾ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਉਹਨਾਂ ਦਾ ਟੀਚਾ ਹੈ ਕਿ ਸਤੰਬਰ ਆਖਿਰ ਤੱਕ ਕੈਨੇਡਾ ਦੇ ਹਰ ਇੱਕ ਨਾਗਰਿਕ ਨੂੰ ਜਾਂ ਫਿਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਹਰ ਇੱਕ ਸ਼ਖਸ ਨੂੰ ਕਰੋਨਾ ਵੈਕਸੀਨ ਲਗਾ ਦਿੱਤੀ ਜਾਵੇ। ਉਧਰ ਪ੍ਰੋਕਿਊਰਮੈਂਟ ਨੰਬਰਸ ਤੋਂ ਇਹ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਕੋਲ ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਇੰਨੀਆਂ ਡੋਜ਼ਸ ਹਨ ਕਿ ਜੂਨ ਮਹੀਨੇ ਤੱਕ ਹਰ ਇੱਕ ਨੂੰ ਪਹਿਲਾ ਸ਼ਾਟ ਲਗਾਇਆ ਜਾ ਸਕਦਾ ਹੈ। ਮੇਜਰ ਜਨਰਲ ਫੋਰਟਿਨ ਦਾ ਕਹਿਣਾ ਹੈ ਕਿ ਇਹ ਟੀਚਾ ਤਦ ਹੀ ਪੂਰਾ ਹੋ ਸਕਦਾ ਹੈ ਜੇਕਰ ਕੈਨੇਡਾ ਦੀਆਂ ਪ੍ਰੋਵਿੰਸਸ ਅਤੇ ਟੈਰੀਟਰੀਜ਼ ਕੋਵਿਡ-19 ਵੈਕਸੀਨ ਦੇ ਸ਼ਾਟਸ ਦੇ ਵਿੱਚ 4 ਮਹੀਨੇ ਦਾ ਗੈਪ ਪਾਉਣ। ਦੱਸਦੀਏ ਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਵਿਡ-19 ਵੈਕਸੀਨ ਸ਼ਾਟਸ ਦੇ ਵਿੱਚ 4 ਮਹੀਨੇ ਤੱਕ ਦਾ ਗੈਪ ਪਾਇਆ ਜਾਵੇ। ਉਹ ਇਸ ਕਰਕੇ ਕਿਉਂਕਿ ਕੈਨੇਡਾ ਦੇ ਕੋਲ ਵੈਕਸੀਨ ਦੀ ਸਪਲਾਈ ਲਿਮਿਟਡ ਹੈ। ਜੇਕਰ ਕਰੋਨਾ ਵੈਕਸੀਨ ਦੇ ਦੋਹਾਂ ਸ਼ਾਟਸ ਦੇ ਵਿੱਚ ਜਾਨੀ ਡੋਜ਼ ਦੇ ਵਿੱਚ ਸਮਾਂ ਰੱਖਿਆ ਜਾਂਦਾ ਹੈ ਤਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਜਾ ਸਕੇਗਾ। ਹੈਲਥ ਕੈਨੇਡਾ ਵੱਲੋਂ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 8 ਹਫ਼ਤਿਆਂ ਤੱਕ ਕੈਨੇਡਾ ਨੂੰ ਫਾਈਜ਼ਰ ਬਾਇਓਟੈਕ ਵੈਕਸੀਨ ਦੀਆਂ 8.5 ਮਿਲੀਅਨ ਡੋਜ਼ਸ ਪਹੁੰਚਣਗੀਆਂ, ਜਿਸ ਦਾ ਮਤਲਬ ਹੈ ਕਿ ਫਾਈਜ਼ਰ ਵੱਲੋਂ ਕੈਨੇਡਾ ਨੂੰ ਹਰ ਇੱਕ ਹਫ਼ਤੇ 1 ਮਿਲੀਅਨ ਡੋਜ਼ ਪਹੁੰਚਾਈ ਜਾਵੇਗੀ। We have distributed over 4.7 million doses of vaccine so far, and numbers continue to increase rapidly. In total, by the end of March, Canada will have received 8 million vaccine doses from suppliers. The deliveries of Pfizer-BioNTech this week are completed. Next week, we're expecting our shipment to be 1.2 million doses. While it will be the first Pfizer-BioNTech shipment of this magnitude, we expect weekly deliveries to be approximately 1 million doses through the month of April through to the end of May. In total, by the end of March, we will have received 5.5 million doses of Pfizer-BioNTech, and we're on track to receive over 12 million doses between April and June. As for Moderna, we are expecting 846,000 doses next week, which will be divided into 2 shipments. One shipment will arrive midweek, one at the end of the week. This will complete Moderna's commitment for doses in Q1 of 2 million. As for shipments going into April, Moderna has confirmed our first shipment estimated at 855,000 doses for the week of April 5th, and our second shipment is approximately 1.2 million doses the week of April 19th. With regards to AstraZeneca, the provinces have on hand their allocation of the first 500,000 doses manufactured at the Serum Institute of India. Moving forward, we expect to receive over 1 million doses of vaccine in April and 500,000 still expected in May. We're working with the manufacturer to confirm the exact dates and delivery schedule. Now, discussions are still ongoing with Johnson & Johnson with the Janssen vaccine deliveries in Canada. We expect to receive 10 million doses before September. We will share information when we know more about the quantities to expect and the delivery schedule. As for the distribution process, FedEx and Omar have been providing a variety of services to support timely and efficient vaccine administration across the country. The logistics support will continue with both AstraZeneca and Johnson & Johnson COVID-19 vaccines. Overall, we're ramping up. Deliveries are increasing,
shipments of COVID-19 vaccines are expanding, allowing provinces and territories to increase their vaccination campaign. While more vaccines become available, provinces and territories assure us that they are ready for this increase. The important collaboration between federal, provincial, territorial, and Indigenous partners continues so that they can be, we can support them by providing them with the necessary ancillary equipment, the freezers, and other equipment to enhance their cold chain capacity as required. In conclusion, delivering safe and effective COVID-19 vaccine to Canadians as quickly and as efficiently as possible has always been the cornerstone of our operation. So we've been hard at work to put in place and implement a plan allowing us to deliver authorized vaccines to provinces and territories. So we're geared up to receive over 30 million vaccines in Q2. Thank you very much. ਸਰੀ ਦੇ ਵਿੱਚ ਹੋਣ ਵਾਲੇ ਜਿਹੜੇ ਸਮਾਗਮ ਨੇ ਜੋ ਇਸ ਸਾਲ ਹੋਣਗੇ ਜਾਂ ਤਾਂ ਉਹਨਾਂ ਨੂੰ ਆਨਲਾਈਨ ਤਰੀਕੇ ਦੇ ਨਾਲ ਕਰਵਾਇਆ ਜਾਵੇਗਾ ਅਤੇ ਕੁਝ ਅਜਿਹੇ ਸਮਾਗਮ ਵੀ ਨੇ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਜੋ ਵੱਡੇ 4 ਸਮਾਗਮ ਇੱਥੇ ਹੋਣ ਵਾਲੇ ਸਨ ਇਸ ਸਾਲ ਦੇ ਵਿੱਚ ਉਹਨਾਂ ਨੂੰ ਆਨਲਾਈਨ ਕੀਤਾ ਜਾਏਗਾ ਅਤੇ ਇੱਕ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰੀ ਦੇ ਵਿੱਚ 4 ਵੱਡੇ ਇਵੈਂਟ ਇਸ ਸਾਲ ਆਨਲਾਈਨ ਹੋਣਗੇ ਅਤੇ ਇੱਕ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸ਼ਹਿਰ ਦੇ ਇੰਟਰਨੈਸ਼ਨਲ ਚਿਲਡਰਨਸ ਫੈਸਟੀਵਲ ਨੂੰ 2022 ਤੱਕ ਪੋਸਟਪੋਨ ਕਰ ਦਿੱਤਾ ਗਿਆ। ਇਹ ਜਾਣਕਾਰੀ ਸਪ੍ਰਿੰਗ ਟਾਈਮ ਇਵੈਂਟ ਦੀ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਸਾਲ ਦੇ ਵਾਸਤੇ ਸਰੀ ਦੇ ਵਿੱਚ ਹੋਣ ਵਾਲੇ ਪਾਰਟੀ ਫॉर द ਪਲੈਨਟ, ਕੈਨੇਡਾ ਡੇ ਅਤੇ ਫਿਊਜ਼ਨ ਫੈਸਟੀਵਲ ਨੂੰ ਆਨਲਾਈਨ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਤਾਨੀਆ ਵੱਲੋਂ ਸਾਂਝੀ ਕੀਤੀ ਗਈ ਹੈ ਜੋ ਕਿ ਸਰੀ ਦੇ ਵਿੱਚ ਸਪੈਸ਼ਲ ਇਵੈਂਟਸ ਮਾਰਕੀਟਿੰਗ ਕੋਆਰਡੀਨੇਟਰ ਹੈ। ਉਸਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਹਨਾਂ ਵੱਲੋਂ ਇਹ ਸਾਰੇ ਸਮਾਗਮ ਵਰਚੁਅਲੀ ਜਾਣੀ ਕਿ ਆਨਲਾਈਨ ਤਰੀਕੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਟ੍ਰੀ ਲਾਈਟਿੰਗ ਫੈਸਟੀਵਲ ਕਿਵੇਂ ਕਰਵਾਇਆ ਜਾਵੇਗਾ ਇਸ ਦੇ ਉੱਪਰ ਅਜੇ ਉਹ ਵਿਚਾਰ ਕਰ ਰਹੇ ਹਨ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਅਪ੍ਰੈਲ ਮਹੀਨੇ ਦੌਰਾਨ ਅਰਥ ਡੇ ਸੈਲੀਬ੍ਰੇਸ਼ਨ ਪਾਰਟੀ ਫॉर द ਪਲੈਨਟ ਸਮਾਗਮ ਨੂੰ ਕੋਵਿਡ-19 ਦੇ ਚੱਲਦਿਆਂ ਇਸ ਤੋਂ ਕੁਝ ਹਫ਼ਤੇ ਪਹਿਲਾਂ ਹੀ ਕੈਂਸਲ ਕੀਤਾ ਗਿਆ ਸੀ ਅਤੇ ਇਸ ਸਾਲ ਇਹ ਸਮਾਗਮ ਪਹਿਲੀ ਵਾਰ ਵਰਚੁਅਲ ਤਰੀਕੇ ਦੇ ਨਾਲ ਕਰਵਾਇਆ ਜਾਵੇਗਾ। ਇਸ ਸਮਾਗਮ 22 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਸ਼ਾਮ ਨੂੰ 5 ਵਜੇ ਹੋਵੇਗੀ ਜੋ ਫੇਸਬੁੱਕ ਅਤੇ YouTube ਦੇ ਰਾਹੀਂ ਕਰਵਾਇਆ ਜਾ ਰਿਹਾ ਹੈ। ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਲਾਈਵ ਸਟ੍ਰੀਮ ਦੇ ਵਿੱਚ ਯੋਗਾ ਵਰਕਸ਼ਾਪ, ਇੰਟਰੈਕਟਿਵ ਗਾਰਡਨਿੰਗ ਟਿਪਸ ਅਤੇ ਐਨ ਅਰਥ ਦੇ ਸਕੁਐਂਜਰ ਹੰਟ ਨੂੰ ਸ਼ਾਮਲ ਕੀਤਾ ਗਿਆ ਹੈ। ਬਾਕੀ ਇਸ ਦੇ ਨਾਲ ਸੰਬੰਧਿਤ तमाम ਜਾਣਕਾਰੀ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ। ਸਰੀ ਤੋਂ 24 ਘੰਟੇ ਦੌਰਾਨ 1553 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਟੋਰਾਂਟੋ ਤੋਂ 404, ਟੀਰ ਰੀਜਨ ਤੋਂ 294, ਯਾਰਕ ਰੀਜਨ ਤੋਂ 176 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਇੱਥੇ 58,560 ਦੇ ਕਰੀਬ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ। ਬੀਤੇ 24 ਘੰਟਿਆਂ ਦੌਰਾਨ ਜੋ ਇੱਥੇ ਮੌਤਾਂ ਹੋਈਆਂ ਉਸ ਤੋਂ ਬਾਅਦ ਹੁਣ ਤੱਕ ਦਾ ਅੰਕੜਾ 7,202 ਦੇ ਉੱਪਰ ਪਹੁੰਚ ਗਿਆ। ਕਿਊਬੈਕ ਤੋਂ 702 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ 7 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਚਲੀ ਗਈ। ਹੁਣ ਤੱਕ 3,152 ਦੇ ਕਰੀਬ ਇੱਥੇ ਕਨਫਰਮਡ ਕੇਸ ਹਨ। 10,576 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। अस्पताल ਦੇ ਵਿੱਚ 519 ਦੇ ਕਰੀਬ ਮਰੀਜ਼ ਹਨ ਜਿਨ੍ਹਾਂ ਵਿੱਚੋਂ 101 ਇੰਟੈਂਸਿਵ ਕੇਅਰ ਅਧੀਨ ਹਨ। ਬੀਤੇ 24 ਘੰਟਿਆਂ ਦੌਰਾਨ 26,225 ਵੈਕਸੀਨ ਡੋਜ਼ਸ ਦਿੱਤੀਆਂ ਗਈਆਂ। ਮੈਨੀਟੋਬਾ ਦੇ 3 ਹੈਲਥ ਰੀਜਨਸ ਦੇ ਵਿੱਚ 12 ਕੋਰੋਨਾ ਵਾਇਰਸ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ। ਮੈਨੀਟੋਬਾ ਦੇ ਵਿੱਚ ਹੁਣ ਤੱਕ 918 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਜਾ ਚੁੱਕੀ ਹੈ। ਇਸ ਦੇ ਨਾਲ ਹੀ 146 ਕੋਵਿਡ-19 ਮਰੀਜ਼ ਇਸ ਸਮੇਂ ਮੈਨੀਟੋਬਾ ਹਸਪਤਾਲ ਦੇ ਵਿੱਚ ਹਨ ਜਿਨ੍ਹਾਂ ਵਿੱਚੋਂ 23 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 9,22,000 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 8,67,000 ਦੇ ਕਰੀਬ ਕੈਨੇਡਾ ਅੰਦਰ ਰਿਕਵਰਡ ਕੇਸ ਹਨ। 22,581 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਰਕੇ ਹੁਣ ਤੱਕ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਛੋਣਵੀਆਂ ਖਬਰਾਂ ਦੇ ਉੱਪਰ। ਨਹੀਂ ਖੁੱਲੇਗਾ ਕੈਨੇਡਾ ਅਮਰੀਕਾ ਬਾਰਡਰ, ਹੁਣ 21 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ। ਭਾਰਤੀ ਨੇ ਅਮਰੀਕੀਆਂ ਦੇ ਨਾਲ ਕੀਤਾ ਧੋਖਾ, ਹੁਣ 3 ਸਾਲ ਦੀ ਹੋਈ ਜੇਲ੍ਹ। ਕੈਨੇਡਾ ਦੇ ਵਿੱਚ ਪੰਜਾਬੀ ਦੇ ਲਈ ਚਲਾਇਆ ਗਿਆ ਫੰਡ $12,000 ਇਕੱਠਾ ਕਰਨ ਦਾ ਹੈ ਟੀਚਾ। ਬਰੈਂਪਟਨ ਵਾਸੀਆਂ ਦੇ ਲਈ ਐਲਾਨ, 2 ਨਵੇਂ ਲੌਂਗ ਟਰਮ ਕੇਅਰ ਸੈਂਟਰਾਂ ਦਾ ਹੋਇਆ ਐਲਾਨ। ਕੈਨੇਡਾ ਨੇ ਕੱਢਿਆ ਐਕਸਪ੍ਰੈਸ ਐਂਟਰੀ ਡਰਾਅ, 5,000 ਨੂੰ ਸੱਦੇ ਕੀਤੇ ਜਾਰੀ।
ਅਮਰੀਕਾ ਭੇਜੇਗਾ ਕੈਨੇਡਾ ਨੂੰ ਟੀਕੇ, ਮਿਲਣਗੀਆਂ 1.5 ਮਿਲੀਅਨ ਐਸਟ੍ਰਾਜੈਨੇਕਾ ਡੋਜ਼। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।